सतनाम करता पुरख निर्भव निर्वैर अकाल मूरत अजूनी सैभं गुर प्रसाद। जिस गुर मिलै तिस पार उतारै, अवगुण मेटै गुण निस्तारै। मुक्त महासुख गुर शब्द विचार, गुरमुख कदे ना आवै हार। तन हटड़ी एह मनु बनजारा, नानक सहजे सच वापारा। मैं नाही कछ हों नहीं, किछ आहे ना मोरा। अवसर लज्जा राख लेहो, सदना जन तोरा। जगत जो सतगुरु धन श्री गुरु ग्रंथ साहिब जी पातशाह जी की हजूरी विच अष्टम बलबीरा धन श्री गुरु हरकृष्ण साहिब पातशाह जी के पावन चरण छूह प्राप्त गुर अस्थान गुरुद्वारा श्री बंगला साहिब विखे जुड़ बैठे अते दूर दुराडे दूरदर्शन राहें इस सत संगत का लाहा प्राप्त करन लई श्रवण कर रहे समूह गुरमुख प्यारिओ। अमृत के दाते सरबंस दानी धन गुरु गोबिंद सिंह साहिब पातशाह जी की बख्शिश की गुरफतेह सांझी करिए जी। वाहिगुरु जी का खालसा वाहिगुरु जी की फतेह। पातशाह हजूर धन गुरु ग्रंथ साहिब महाराज जी की गुरु दरबार विच चल रही लड़ीवार शब्द विचार विच अज जो अमृत बचन सानू गुरुदेव पातशाह जी ने बख्शिश किया, दो सलोक ते पौड़ी के रूप विच पंचम गुरुदेव धन गुरु अर्जन देव महाराज के पावन मुखार बिंद तो उचारण किया ते उन्हां द्वारा ही श्री गुरु ग्रंथ साहिब विच गौड़ी राग की वार रूप विच संग्रहित किया गया। इस पावन बचन दे राही साहिब जी ने सानू अपने जीवन दाते जीवन दे प्रतिपालक अनंत दातां दे के निवाजन वाले जिंदगी दे करता हरता वाहिगुरु जी दे नाम सिमरन की महिमा दर्शाई है। नाल ही उन्हां नाम रसिया रूहां दी अवस्था भी बयान की है। उन्हां दे जीवन विच निकलण वाले बख्शिश भरपूर नतीजियां का भी वर्णन किया है, जेड़े हर घड़ी हर स्वास उठदियां बैठदियां दुनिया दे काम काज करदियां किरत करदियां सिफत सलाह नूं कीरत नूं गुणगान नूं वाहिगुरु जी दी प्यार याद नूं अपने हिरदे दे विच दृढ़ करदियां उचारण करते रहंदे। गुरु प्यारिओ, ये जीवन का समा जिहड़ा सानू निश्चित सवासां दे रूप विच मिलिया, जिहदे विच साडे शरीरां ने पंज ज्ञान इंद्रियां कर्म इंद्रियां दे राही सोचना विचारना करना ते वरतों विहार संसार के लोकां नाल करना है। ये सारा कुछ करदे आ समा ते लंघ जाना हुंदा है, पर फर्क उदों पैंदा है जदों
ਅਸੀਂ ਇਸ ਸਮੇਂ ਨੂੰ ਬੇਧਿਆਨੇ ਹੋ ਕੇ, ਬੇਸੰਜਮੇ ਹੋ ਕੇ, ਲਾਪਰਵਾਹ ਹੋ ਕੇ ਗੁਜ਼ਾਰਦੇ ਹਾਂ ਤਾਂ ਨਤੀਜੇ ਲੰਘ ਰਹੇ ਸਮੇਂ ਦੇ ਹੋਰ ਨਿਕਲਦੇ ਨੇ। ਜਦੋਂ ਇਸੇ ਹੀ ਸਮੇਂ ਵਿੱਚ ਸੁਚੇਤ ਹੋ ਕੇ, ਜਾਗਰਤ ਹੋ ਕੇ, ਗੁਰੂ ਦੇ ਸ਼ਬਦ ਦੀ ਅਗਵਾਈ ਦੇ ਵਿੱਚ ਜੀਵਨ ਦੇ ਮਕਸਦ ਨੂੰ ਸਮਝਦੇ ਹਾਂ, ਜੀਵਨ ਦੇ ਸੱਚ ਨੂੰ ਸਮਝਦੇ ਹਾਂ, ਉਸ ਮਕਸਦ ਦੀ, ਉਸ ਸੱਚ ਦੀ ਪੂਰਤੀ ਲਈ, ਪ੍ਰਾਪਤੀ ਲਈ ਉਹ ਕੁਝ ਕਰਦੇ ਹਾਂ ਜੋ ਕੁਝ ਕਰਨ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਆਖਿਆ, ਤਾਂ ਫਿਰ ਉਹਦੇ ਨਤੀਜੇ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਦੇ ਰੂਪ ਵਿੱਚ ਨਿਕਲਦਾ ਹੈ। ਜੀਵਨ ਦੇ ਸਮੇਂ ਨੂੰ, ਲੰਘ ਰਹੀਆਂ ਘੜੀਆਂ ਨੂੰ ਬਤੀਤ ਕਰ ਲੈਣਾ ਇਹ ਹੋਰ ਗੱਲ ਹੈ, ਇਹਨਾਂ ਨੂੰ ਸਫਲਾ ਕਰ ਲੈਣਾ ਹੋਰ ਗੱਲ ਹੈ। ਇਸੇ ਹੀ ਕਰਕੇ ਸਤਿਗੁਰੂ ਕਹਿੰਦੇ, ਜੇ ਜੀਵਨ ਦੇ ਵਿੱਚ ਜਿਹੜੀ ਤੁਹਾਡੀ ਪਹਿਲੀ ਤੇ ਆਖਰੀ ਇੱਛਾ ਹੈ, ਸੁਖ ਸੰਤੁਸ਼ਟੀ ਭਰਿਆ ਆਨੰਦਮਈ ਸਹਿਜ ਟਿਕਾਉ ਵਾਲਾ ਜੀਵਨ ਜਿਉਣ ਦੀ, ਜੇ ਉਸ ਇੱਛਾ ਦੀ ਪੂਰਤੀ ਕਰਨੀ ਹੈ ਤਾਂ ਫਿਰ ਗੁਰੂ ਦੇ ਸ਼ਬਦ ਦਾ ਪੱਲਾ ਪਕੜੋ, ਗੁਰੂ ਦੇ ਸ਼ਬਦ ਨੂੰ ਮਨ ਬਚਨ ਕਰਮ ਕਰਕੇ ਸੁਣੋ, ਪੜੋ, ਗਾਓ, ਵਿਚਾਰੋ, ਫਿਰ ਇਸ ਨੂੰ ਕਮਾਓ। ਇਹ ਗੁਰਮਤਿ ਜੀਵਨ ਜੁਗਤ ਹੈ। ਕਿਰਤ ਕਰੋ, ਫਿਰ ਕੀਰਤ ਕਰੋ, ਤੇ ਕਿਰਤ ਤੇ ਕੀਰਤ ਨੂੰ ਵੰਡ ਕੇ ਛਕੋ। ਇਹ ਗੁਰਮਤਿ ਜੀਵਨ ਜੁਗਤ ਅਪਣਾਓਗੇ, ਤੁਹਾਡਾ ਵੀ ਭਲਾ ਹੋਵੇਗਾ, ਤੁਹਾਡੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਵੀ ਭਲਾ ਹੋਵੇਗਾ। ਤੁਸੀਂ ਇੱਥੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਨਹੀਂ ਜਾਓਗੇ, ਜੇਤੂ ਬਣ ਕੇ ਜਾਓਗੇ। ਹਾਰਨਾ ਕਿਹਦੇ ਕੋਲੋਂ ਆ? ਅਸੀਂ ਹਾਰਦੇ ਕਿਹਦੇ ਕੋਲੋਂ ਆ? ਮਨੁੱਖਾਂ ਦੇ ਇਸ ਸੰਸਾਰ ਦੇ ਵਿੱਚ ਹਾਰ ਜਿੱਤਾਂ ਕੋਈ ਅਰਥ ਨਹੀਂ ਰੱਖਦੀਆਂ। ਬੰਦਾ ਹਾਰਦਾ ਹੈ ਆਪਣੇ ਹੀ ਅੰਦਰੋਂ ਵਿਕਾਰੀ ਬਿਰਤੀਆਂ ਦੇ ਹੱਥੋਂ, ਹਮੇਸ਼ਾ ਹਾਰਦਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵਾਸ਼ ਨਿੰਦਿਆ ਚੁਗਲੀ ਕਰੋ। ਇਹ ਹਾਰ ਜਿਹੜੀ ਹੈ ਇਹ ਨਮੋਸ਼ੀ ਦਵਾਉਂਦੀ ਹੈ। ਇਹ ਹਾਰ ਜਿਹੜੀ ਹੈ ਇਹ ਡਰ ਸਹਿਮ ਚਿੰਤਾ ਪੈਦਾ ਕਰਦੀ ਹੈ। ਇਹੋ ਹੀ ਹਾਰ ਜਿਹੜੀ ਹੈ ਵਿਘਨਾਂ ਰੁਕਾਵਟਾਂ ਦੇ ਰੂਪ ਵਿੱਚ ਸਾਡੇ ਜੀਵਨ ਦਾ ਸੁੱਖ ਚੈਨ ਖੋਹਦੀ ਹੈ। ਪਾਤਸ਼ਾਹ ਕਹਿੰਦੇ, ਮੈਂ ਤੁਹਾਨੂੰ ਹਾਰਿਆ ਹੋਇਆ ਨਹੀਂ, ਗੁਰਮੁਖਾਂ ਦੇ ਰੂਪ ਵਿੱਚ ਜੇਤੂ ਬਣ ਕੇ ਜਿਉਂਦਿਆਂ ਇਸ ਸੰਸਾਰ ਯਾਤਰਾ ਨੂੰ ਸਫਲ ਕਰਦਿਆਂ ਦੇਖਣਾ ਚਾਹੁੰਦਾ। ਮੇਰੇ ਕੋਲ ਆਏ ਹੋ ਚੱਲ ਕੇ, ਤੇ ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਹੋਰ ਕੁਝ ਨਹੀਂ ਹੈ। ਮੇਰੇ ਕੋਲ ਦੇਣ ਵਾਸਤੇ ਕਰਤਾ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ, ਤੇ ਉਸ ਨਾਮ ਸਿਮਰਨ ਦੇ ਵਿਸਮਾਦੀ ਸੱਚ ਨੂੰ, ਉਹਦੀ ਮਹਿਮਾ ਨੂੰ ਸਮਝਣ ਦੇ ਲਈ ਇਹ ਗੁਰੂ ਦਾ ਸ਼ਬਦ ਹੈ। ਗੁਰੂ ਸਵਾਰੀ ਸਿੰਘ ਸਾਹਿਬ, ਭਾਈ ਰਣਜੀਤ ਸਿੰਘ ਹੋਰੀ ਰੋਜ਼ ਹੁਕਮਨਾਮੇ ਦਾ ਸ਼ਬਦ ਦਾ ਉਚਾਰਨ ਕਰਨ ਤੋਂ ਪਹਿਲਾਂ ਇਹ ਮੰਗਲ ਗੁਰੂ ਦੇ ਸ਼ਬਦ ਦਾ ਸਾਡੇ ਨਾਲ ਸਾਂਝਾ ਕਰਦੇ ਨੇ। ਦਾਤਾਰ ਜੀ ਕਹਿੰਦੇ, ਇਹ ਜੁਗਤ ਹੈ, ਮਤ ਤੇ ਮਿਲ ਗਈ ਤੁਹਾਨੂੰ ਵਾਹਿਗੁਰੂ ਜੀ ਵੱਲੋਂ, ਪਰ ਇਸ ਮਤ ਨੂੰ ਸੁਚੱਜੇ ਢੰਗ ਨਾਲ ਵਰਤਣਾ ਜਾਂ ਕੁਚੱਜੇ ਢੰਗ ਨਾਲ ਵਰਤਣਾ ਇਹ ਤੁਹਾਡੇ ਉੱਤੇ ਹੈ। ਲਾਪਰਵਾਹ ਹੋ ਕੇ, ਬੇਧਿਆਨੇ ਹੋ ਕੇ ਇਸ ਮਤ ਨੂੰ ਵਰਤੋਗੇ, ਵਿਕਾਰੀ ਬਿਰਤੀਆਂ ਤੁਹਾਡੇ ਤੇ ਆਪਣਾ ਪ੍ਰਭਾਵ ਪਾ ਕੇ ਇਹਨੂੰ ਮਤ ਨਹੀਂ ਰਹਿਣ ਦੇਣਗੀਆਂ, ਕੁਮਤ ਬਣਾ ਦੇਣਗੀਆਂ। ਤੇ ਫਿਰ ਕੁਮਤ ਦੇ ਨਾਲ ਜੋ ਸੋਚੋਗੇ, ਜੋ ਵਿਚਾਰੋਗੇ, ਜੋ ਕਰੋਗੇ, ਉਹ ਗਲਤ ਨਤੀਜਿਆਂ ਦਾ ਭਾਗੀ ਬਣਾਏਗੀ ਤੁਹਾਨੂੰ। ਪਰ ਇਹੋ ਹੀ ਮਤ ਨੂੰ ਜੇ ਗੁਰੂ ਦੇ ਸ਼ਬਦ ਦੇ ਨਾਲ ਜੋੜ ਦਿਓਗੇ, ਇਹ ਮਤ ਸਧਾਰਨ ਮਤ ਨਹੀਂ ਰਹੇਗੀ, ਇਹ ਸੁਮਤ ਬਣ ਜਾਏਗੀ, ਇਹ ਗੁਰਮਤ ਹੋ ਜਾਏਗੀ। ਮਹਾਰਾਜ ਕਹਿੰਦੇ, ਮੇਰੇ ਕੋਲ ਦੇਣ ਵਾਸਤੇ ਤੁਹਾਡੇ ਲਈ ਇਹੋ ਹੀ ਹੈ। ਇਹ ਸ਼ਬਦ ਹੈ, ਇਹ ਸ਼ਬਦ ਮੈਨੂੰ ਵਾਹਿਗੁਰੂ ਜੀ ਕੋਲੋਂ ਮਿਲਿਆ, ਤੇ ਇਸ ਸ਼ਬਦ ਦੇ ਰਾਹੀਂ ਹੀ ਮੈਂ ਇਸ ਸੰਸਾਰ ਦੇ ਜਗਤ ਜਲੰਦੇ ਦੇ
ਲੋਕਾਂ ਨੂੰ ਆਨੰਦਮਈ ਨਤੀਜਿਆਂ ਦਾ ਭਾਗੀ ਬਣਾਉਣ ਲਈ ਇਸ ਸ਼ਬਦ ਦੇ ਲੜ ਲਾਇਆ। ਤੁਹਾਡੇ ਵਾਸਤੇ ਵੀ ਇਹ ਸਦਾ ਲਈ ਜੁਗੋ ਜੁਗ ਅਟਲ ਰੂਪ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਗੁਰਬਾਣੀ ਦੇ ਰੂਪ ਵਿੱਚ ਤੁਹਾਡੀ ਝੋਲੀ ਪਾਇਆ। ਅੱਜ ਜਿਵੇਂ ਸਾਨੂੰ ਭਾਈ ਸਾਹਿਬ ਜੀ ਨੇ ਦੱਸਿਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗੁਰਤਾ ਗੱਦੀ ਪੁਰਬ ਹੈ। ਭਾਈ ਸਾਹਿਬ ਜੀ ਨੇ, ਸਿੰਘ ਸਾਹਿਬ ਨੇ ਵਧਾਈਆਂ ਸਾਂਝੀਆਂ ਕੀਤੀਆਂ। ਫਿਰ ਇੱਕ ਵਾਰੀ ਆਪ ਜੀ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜੇ ਸਾਡੇ ਲੋਕ ਪਰਲੋਕ ਦੇ ਸੁਖ ਦਾਤੇ, ਉਹਨਾਂ ਦੇ ਇਸ ਗੁਰਤਾ ਗੱਦੀ ਪੁਰਬ ਦੀਆਂ ਫਿਰ ਵਧਾਈਆਂ ਸਾਂਝੀਆਂ ਕਰਨ। ਪਰ ਇੱਕ ਗੱਲ ਧਿਆਨ 'ਚ ਰੱਖ ਲਈ ਹੈ, ਇਹ ਵਧਾਈਆਂ ਸਹੀ ਅਰਥਾਂ ਵਿੱਚ ਉਦੋਂ ਹੀ ਵਧਾਈਆਂ ਨੇ ਜਦੋਂ ਗੁਰੂ ਦੀ ਮੱਤ ਨੂੰ ਸ਼ਬਦ ਰੂਪ ਵਿੱਚ, ਗੁਰਬਾਣੀ ਰੂਪ ਦੇ ਵਿੱਚ ਪੂਰਨ ਸਮਰਪਣ ਭਾਵਨਾ ਨਾਲ, ਪੂਰਨ ਸ਼ਰਧਾ ਨਾਲ, ਪੂਰਨ ਭਰੋਸੇ ਨਾਲ ਸੁਣ ਕੇ, ਪੜ੍ਹ ਕੇ, ਗਾ ਕੇ, ਵਿਚਾਰ ਕੇ ਕਮਾਉਣ ਵਾਸਤੇ ਗੁਰੂ ਕੋਲ ਝੋਲੀ ਅੱਡਾਂਗੇ। ਫਿਰ ਇਹ ਵਧਾਈਆਂ ਸਾਨੂੰ ਸੱਚੀ ਮੁੱਚੀ ਉਹ ਆਨੰਦ ਦਾ ਅਨੁਭਵ ਕਰਾਉਣਗੀਆਂ। ਇਹੀ ਗੱਲ ਗੁਰੂ ਰਾਮਦਾਸ ਸਾਹਿਬ ਜੀ ਰੋਜ਼ ਸਾਨੂੰ ਸਮਝਾਉਂਦੇ ਨੇ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ, ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਹੁਣ ਗੁਰੂ ਦਾ ਦਰਸ਼ਨ ਕੇਵਲ ਅੱਖਾਂ ਨਾਲ ਨਹੀਂ, ਸਰੀਰਕ ਅੱਖਾਂ ਨਾਲ ਨਹੀਂ, ਸੁਰਤੀ ਦੀਆਂ ਅੱਖਾਂ ਨਾਲ ਜਿਹਨੂੰ ਕਰਨਾ ਆਏਗਾ, ਫਿਰ ਇਹ ਸੁਰਤੀ ਦੀਆਂ ਅੱਖਾਂ ਜਦੋਂ ਦਰਸ਼ਨ ਕਰਨਗੀਆਂ ਸ਼ਬਦ ਦੇ, ਤੇ ਸਰੀਰਕ ਕੰਨਾਂ ਨਾਲ ਸੁਣਦਿਆਂ ਮਨ ਦੇ ਸੁਰਤੀ ਦੇ ਕੰਨਾਂ ਨਾਲ ਇਹ ਸੁਣਨਾ ਆ ਜਾਏਗਾ। ਦਾਤਾਰ ਜੀ ਕਹਿੰਦੇ ਫਿਰ ਉਸ ਵੇਲੇ ਨਤੀਜੇ ਨਿਕਲਣਗੇ, ਜਿਹੜੇ ਮੇਰੇ ਜੀਵਨ ਵਿੱਚ ਨਿਕਲੇ ਉਹ ਤੁਹਾਡੇ ਜੀਵਨ ਵਿੱਚ ਵੀ ਨਿਕਲਣਗੇ। ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੂੰ, ਬਾਬਾ ਨਾਨਕ ਸਾਰੀ ਦੁਨੀਆ ਸਾਨੂੰ ਮੱਥੇ ਟੇਕਦੀ ਹੈ, ਸਾਡੇ ਅੱਗੇ ਝੁਕਦੀ ਹੈ, ਪਰ ਅਸੀਂ ਤੈਨੂੰ ਨਹੀਂ ਝੁਕਾ ਸਕੇ। ਦੁਨੀਆ ਸਾਡੀਆਂ ਰਿੱਧੀਆਂ ਸਿੱਧੀਆਂ ਅੱਗੇ, ਕਰਾਮਾਤਾਂ ਅੱਗੇ, ਕਰਾਮਾਤੀ ਸ਼ਕਤੀਆਂ ਅੱਗੇ ਮੱਥੇ ਟੇਕਦੀ ਹੈ। ਤੇਰੇ ਕੋਲ ਕਿਹੜੀ ਕਰਾਮਾਤ, ਤੇਰੇ ਕੋਲ ਕਿਹੜੀ ਇਹੋ ਜਿਹੀ ਸਾਡੇ ਨਾਲੋਂ ਵਿਸ਼ੇਸ਼ ਸ਼ਕਤੀ ਕਿ ਅਸੀਂ ਤੈਨੂੰ ਨਹੀਂ ਝੁਕਾ ਸਕੇ, ਤੇਰੇ ਅੱਗੇ ਝੁਕਣਾ ਪਿਆ। ਸਾਨੂੰ ਉਹ ਕਰਾਮਾਤ ਦਿਖਾ, ਉਹ ਸ਼ਕਤੀ ਦੱਸ ਜਿਹੜੀ ਤੇਰੇ ਕੋਲ, ਜਿਹਨੇ ਸਾਨੂੰ ਤੇਰੇ ਅੱਗੇ ਝੁਕਣ ਲਈ ਮਜਬੂਰ ਕੀਤਾ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਸਿੱਧ ਪੁਰਸ਼ੋ ਮੇਰੇ ਕੋਲ ਕੋਈ ਤੁਹਾਡੇ ਵਰਗੀ ਕਰਾਮਾਤੀ ਸ਼ਕਤੀ ਨਹੀਂ, ਮੇਰੇ ਕੋਲ ਜਿਹੜੀ ਸ਼ਕਤੀ ਹੈ ਜਿਸ ਨੇ ਤੁਹਾਨੂੰ ਵੀ ਝੁਕਣ ਲਈ ਮਜਬੂਰ ਕੀਤਾ, ਉਹ ਸ਼ਬਦ ਦੀ ਸ਼ਕਤੀ ਹੈ। ਸ਼ਬਦ ਨਾਲ ਜੁੜਨ ਵਾਲੇ ਗੁਰਮੁਖਾਂ ਦੀ ਸ਼ਕਤੀ ਹੈ। ਸਿੱਧ ਪੁੱਛਣ ਸੁਣ, ਸਿੱਧ ਬੋਲਣ ਸੁਣ ਨਾਨਕਾ, ਤੋ ਇਹ ਜਗ ਨੂੰ ਕਿਆ ਕਰਾਮਾਤ ਦਿਖਲਾਈ, ਕੁਝ ਵੇ ਖਾਲੇ ਅਸਾਨੋਂ, ਤੋ ਕਿਉਂ ਵੇਹੀ ਢਿੱਲ ਵੇਹੀ ਲਾਈ। ਬਾਬਾ ਬੋਲੇ ਨਾਥ ਜੀ, ਅਸਾਂ ਤੇ ਵੇਖਣ ਜੋਗੀ, ਵੇਖੇ ਜੋਗੀ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰਬਾਣੀ ਤੇ ਇੱਕ ਗੁਰਬਾਣੀ ਨਾਲ ਪਿਆਰ ਕਰਨ ਵਾਲੇ ਆ ਸਤ ਸੰਗੀ ਜੋੜੇ ਜਿਹੜੇ ਜੁੜ ਬੈਠੇ, ਇਹਨਾਂ ਦਾ ਓਟ ਆਸਰਾ, ਇਹਨਾਂ ਦੀ ਸ਼ਰਨ, ਇਹਨਾਂ ਦਾ ਪਿਆਰ ਸਤਿਕਾਰ, ਇਹਨਾਂ ਨਾਲ ਪਿਆਰ ਦਾ ਸਤ ਸੰਗੀ ਰਿਸ਼ਤਾ, ਬਸ ਮੇਰੀ ਸ਼ਕਤੀ ਦੇ ਪਿੱਛੇ ਇਹ ਕੰਮ ਕਰਦੀ ਹੈ। ਬਾਣੀ ਤੇ ਇਹਨਾਂ ਗੁਰਮੁਖ ਪਿਆਰਿਆਂ ਦਾ ਸਤ ਸੰਗੀ ਰਿਸ਼ਤਾ ਅੱਜ ਸਾਨੂੰ ਸਮਝਾਉਂਦੇ ਆ ਗੁਰੂਦੇਵ। ਜੇ ਤੁਸੀਂ ਵੀ ਇਸ ਮਾਰਗ ਤੇ ਤੁਰੋਗੇ, ਸ਼ਬਦ ਦੀ ਅਗਵਾਈ ਵਾਲੇ ਮਾਰਗ ਤੇ ਤੁਰੋਗੇ, ਤੁਹਾਡੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਦੀ ਆਤਮਿਕ ਸ਼ਕਤੀ ਦਾ ਸੰਚਾਰ ਹੋਵੇਗਾ। ਅੱਜ ਤੁਹਾਡੇ ਕੋਲ ਅਗਿਆਨ ਹੈ, ਗੁਰ ਸ਼ਬਦ ਨਾਲ ਜੁੜਦਿਆਂ ਤੁਸੀਂ ਅਗਿਆਨ ਨੂੰ ਗਿਆਨ ਵਿੱਚ ਬਦਲੋਗੇ, ਤੇ ਫਿਰ ਇਸ ਸ਼ਬਦ ਰਾਹੀਂ ਜਦੋਂ ਕਰਤਾ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਮੈਂ ਨਾਹੀ ਪ੍ਰਭ ਸਭ ਕੁਛ ਤੇਰਾ, ਸਭ ਕੁਛ ਤੇਰਾ, ਸਭ ਕੁਛ ਤੇਰਾ, ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਤੁਹਾਡੇ ਕੋਲ ਵਾਹਿਗੁਰੂ ਦੀਆਂ ਸਾਰੀਆਂ ਸ਼ਕਤੀਆਂ
संचार तुहाडे अंदर हो जाणगियां। तुसी नहीं रहोगे, तुसी ब्रह्म ज्ञानी का सगल आकार, ब्रह्म ज्ञानी आप निरंकार वाली वडभागी सुभागी अवस्था विच पहुंच जाओगे। अज गुरता गद्दी दा पुरब मनाउणा असी सतगुरु गुरु ग्रंथ साहिब पातशाह दा, ते इह मनाउण दा मतलब की है? ਇੱਥੇ ਆ ਕੇ ਪ੍ਰਸ਼ਾਦ ਕਰਾ ਲਈਏ, ਇੱਥੇ ਆ ਕੇ ਭੇਟਾਵਾਂ ਚੜਾ ਲਈਏ, ਇੱਥੇ ਆ ਕੇ ਸੇਵਾ ਕਰ ਲਈਏ। ਹੋਰ ਭਾਈ ਸਾਹਿਬ ਰੋਜ਼ ਜੋ ਕੁਝ ਕਹਿੰਦੇ ਹੈ, ਇਸ ਤਰ੍ਹਾਂ ਸੇਵਾ 'ਚ ਹਿੱਸਾ ਪਾਓ, ਇਹ ਹਿੱਸਾ ਪਾਓ, ਕਰੋ, ਮੁਬਾਰਕ ਹੈ, ਸਭ ਕੁਝ ਕਰੋ। ਲੇਕਿਨ ਅੱਜ ਵੀ ਹੁਕਮਨਾਮਾ ਜਿਹੜਾ ਬਖਸ਼ਿਸ਼ ਹੋਇਆ ਉਹ ਕੀ ਹੈ? ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਵਿਸਾਰੇ। हर सेती मन रब रहा। सेवा ये है, गुरु दी सेवा ये है, गुरु दा हुक्म मन लेना। गुरु दे हुक्म नूं पहला पूर्ण समर्पण भावना नाल सुनना, फिर उस नूं विचारना, भावें गाया भावें पाठ कीता, फिर विचार के उस हुक्म दी रमज नूं समझिया, उहदे विच आखिया की गया साडे लई, अगवाई की दित्ती गई है। फिर ਉਹਨੂੰ ਕੇਵਲ ਸੁਣ ਕੇ ਅਣਸੁਣਿਆ ਨਹੀਂ ਕੀਤਾ। ਬਾਹਰ ਭੀੜ ਵਿੱਚ ਜਾ ਕੇ, ਦੁਨੀਆ ਦੀ ਭੀੜ ਵਿੱਚ ਗਵਾਚ ਨਹੀਂ ਗਏ, ਬਲਕਿ ਉੱਥੇ ਜਾ ਕੇ ਵੀ ਭਾਵੇਂ ਦੁਕਾਨ ਤੇ ਬੈਠੇ ਆ, ਭਾਵੇਂ ਕਿਸੇ ਨੌਕਰੀ ਵਾਲੇ ਦਫ਼ਤਰ ਵਿੱਚ ਬੈਠੇ ਆ, ਭਾਵੇਂ ਘਰ ਵਿੱਚ ਕੋਈ ਕੰਮਕਾਜ ਕਰ ਰਹੇ ਆ, ਭਾਵੇਂ ਖੇਤੀਬਾੜੀ ਕਰ ਰਹੇ ਆ, ਭਾਵੇਂ ਕੋਈ ਵੀ ਕਾਰਜ ਖੇਤਰ ਹੈ, ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੇ, ਸਾਡੇ ਸਾਰਿਆਂ ਲਈ ਇਹ ਹੁਕਮ ਹੈ ਕਿ ਇਹ ਗੁਰ ਸ਼ਬਦ ਰੂਪੀ ਮੰਤਰ ਨੂੰ ਉੱਠਦਿਆਂ ਬੈਠਦਿਆਂ ਧਿਆਨ ਵਿੱਚ ਰੱਖਿਆ ਜਾਵੇ, ਤੇ ਫਿਰ ਕਰਮ ਉਹਦੇ ਮੁਤਾਬਕ ਕੀਤੇ ਜਾਣ, ਵਿਚਾਰ ਉਸ ਤਰ੍ਹਾਂ ਦੇ ਬਣਾਏ ਜਾਣ, ਸੁਭਾਅ ਆਦਤਾਂ ਉਸ ਤਰ੍ਹਾਂ ਦੀਆਂ ਬਣਾਈਆਂ ਜਾਣ ਜਿਹੜੀਆਂ ਸਾਡੇ ਅੰਦਰੋਂ ਗੁਰਮੁਖਤਾਈ ਦਾ ਪ੍ਰਗਟਾਵਾ ਕਰਨ, ਸਾਡਾ ਸੁਭਾਅ ਗੁਰਮੁਖਤਾਈ ਵਾਲਾ ਬਣ ਜਾਏ। ਫਿਰ ਜਦੋਂ ਅਸੀਂ ਵਿਚਰੀਏ ਤਾਂ ਦੁਨੀਆ ਦੇ ਵਿੱਚ ਸਾਨੂੰ ਮਨਮੁਖਾਂ ਵਾਂਗ ਨਹੀਂ, ਗੁਰਮੁਖਾਂ ਵਾਂਗ ਵਿਚਰਨਾ ਆ ਜਾਏ। ਦਾਤਾਰ ਜੀ ਕਹਿੰਦੇ ਫਿਰ ਜਦੋਂ ਇੱਦਾਂ ਵਿਚਰੋਗੇ, ਅੱਜ ਜਿਹੜਾ ਹੁਕਮ ਮਹਾਰਾਜ ਜੀ ਨੇ ਸਾਨੂੰ ਇਹ ਵਿਚਾਰਨ ਵਾਸਤੇ ਬਖਸ਼ਿਆ, ਉਹਦੇ ਨਤੀਜੇ ਸਾਡੇ ਜੀਵਨ ਵਿੱਚ ਨਿਕਲ ਆਉਣਗੇ। ਪਾਤਸ਼ਾਹ ਜੀ ਰਹਿਮਤ ਕਰਨ। ਗੁਰੂ ਦੇ ਪੁਰਬ ਨੂੰ ਮਨਾਉਂਦਿਆਂ ਸਾਨੂੰ ਗੁਰਬਾਣੀ ਦਾ ਇਹ ਬਚਨ ਜਿਹੜਾ ਗੁਰਮੁਖ ਪਿਆਰੇ ਸਿੰਘ ਸਾਹਿਬ ਸੁਣਾਉਂਦੇ ਨੇ, ਸਤਿਗੁਰੂ ਕੀ ਜਿਸ ਨੂੰ ਮਤ ਆਵੇ, ਕਿੱਡਾ ਵੱਡਾ ਵਿਸਮਾਦੀ ਨਤੀਜਾ ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ। 60 ਸਾਲ ਦੀ ਉਮਰ ਤੱਕ ਇਸ ਨਤੀਜੇ ਦੀ ਉਡੀਕ ਤੇ ਕੀਤੀ, ਪਰ ਇਹ ਨਤੀਜਾ ਨਿਕਲਿਆ ਨਹੀਂ। ਪਰ ਜਿੱਦਣ ਸਤਿਗੁਰੂ ਨਾਲ ਜੁੜ ਗਏ, ਸਤਿਗੁਰੂ ਦੀ ਮਤ ਨਾਲ ਜੁੜ ਗਏ, ਫਿਰ ਜੋ ਬਖਸ਼ਿਸ਼ ਹੋਈ ਉਹ ਸਾਡੀ ਝੋਲੀ ਪਾਉਂਦੇ। ਕਹਿੰਦੇ ਮੈਨੂੰ ਇਹ ਅਨੁਭਵ ਹੋਇਆ, ਇਹ ਸੱਚ ਪ੍ਰਤੱਖ ਹੋਇਆ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਫਿਰ ਉਹ ਵੱਖਰਾ ਨਹੀਂ ਰਹਿ ਜਾਂਦਾ, ਉਹ ਸਤਿਗੁਰੂ ਦਾ ਰੂਪ ਹੋ ਜਾਂਦਾ ਹੈ, ਸਤਿਗੁਰੂ ਹੀ ਹੋ ਜਾਂਦਾ ਹੈ। ਕੇਵਲ ਸਰੀਰ ਦੋ ਹੁੰਦੇ ਨੇ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ, ਮੂਰਤਾਂ ਹੀ ਸਰੀਰ ਹੀ ਦੋ ਰਹਿ ਜਾਂਦੇ ਨੇ। ਜੋਤ ਰੂਪ ਵਿੱਚ ਗੁਰੂ ਤੇ ਗੁਰੂ ਦਾ ਸਿੱਖ ਇੱਕ ਹੋ ਜਾਂਦੇ ਨੇ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣਾ। ਮੈਂ ਬੇਨਤੀ ਕੀਤੀ ਸੀ ਕਿ ਸਰੀਰਾਂ ਕਰਕੇ ਮੈਂ ਵੀ ਆਇਆ, ਤੁਸੀਂ ਵੀ ਆਏ, ਸਾਰੇ ਜਾਣੇ ਆਏ। ਹੁਣ ਸਰੀਰਾਂ ਤੋਂ ਅੱਗੇ ਸੁਰਤੀਆਂ ਕਰਕੇ ਗੁਰੂ ਦੇ ਹਜ਼ੂਰੀ 'ਚ ਬੈਠਣਾ, ਮਨ ਕਰਕੇ ਬੈਠਣਾ। ਸੁਰਤੀ ਜਿਹੜੀ ਹੈ, ਮਤ ਜਿਹੜੀ ਹੈ, ਉਹ ਗੁਰੂ ਨਾਲ ਜੋੜਾਂਗੇ ਤਾਂ ਫਿਰ ਇਹ ਗੁਰਮਤ ਹੋ ਜਾਏਗੀ, ਜਿਹੜੀ ਸਾਨੂੰ ਗੁਰਮੁਖ ਬਣਾਏਗੀ। ਮਹਾਰਾਜ ਕਹਿੰਦੇ ਇਹ ਬਾਣੀ ਜੋ ਜੀਉ ਜਾਣਾ, ਤਿਸ ਅੰਤਰ ਰਵੈ ਹਰ ਨਾਮਾ। ਤੁਹਾਨੂੰ ਨਾਮ ਸਿਮਰਨ ਕਰਨਾ ਨਹੀਂ ਪਏਗਾ, ਨਾਮ ਸਿਮਰਨ ਚੱਲ ਪਏਗਾ ਅੰਦਰ। ਸਹਿਜ ਸੁਭਾਅ ਹੀ ਇਹ ਸਿਮਰਨ ਚੱਲੇਗਾ। ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਦਾ ਤੇ ਰੋਮ ਰੋਮ ਹੀ ਜਿਹੜਾ ਉਹ ਸਿਮਰਨ ਕਰਦਾ ਹੈ, ਆਪੇ ਹੀ ਚੱਲਦਾ ਹੈ, ਸਹਿਜ ਸੁਭਾਅ 'ਚ ਚੱਲਦਾ। ਅੱਜ ਗੁਰੂਦੇਵ ਇਹੋ ਹੀ ਬਚਨ ਸਾਡੇ ਨਾਲ ਕਰਦੇ ਹੈ। ਦਾਤਾਰ ਪਾਤਸ਼ਾਹ ਬਚਨ ਕਰਦੇ,
सतगुरु वाहिगुरु पार ब्रह्म फरमाया, मैं उठा सहज सुभाए, अन्न धन बहुत उपजया, पृथ्वी रजी तिपत अगाए। प्रमाण दिता पातशाह जी ने सानू उस अंदर दी बख्शिश भरी अवस्था जिहड़ी गुरु दे शब्द नाल जुड़ के नाम सिमरन दा प्रवाह साडे अंदर चला दिंदी है, उस अवस्था नू समझाउण वास्ते एक प्रमाण दिता। महाराज कहंदे देखो तुहाडे आले दुआले आसमान ते धरती ते की कौतक वापरदा है। जदों धरती नू लोड़ पैंदी है बारिश दियां बूंदां दी, उहदे अंदरों इच्छा उठदी है, वो इच्छा पुकार बनदी है ते वो पुकार सुनी जाती है वाहिगुरु जी दे कोल जिहड़े धरती दे साजन हारे ने। वो पुकार सुन के वाहिगुरु जी आसमान तो मींह बरा दिंदे है। उस मींह दियां बूंदां नाल ये धरती दी प्यास तपश बुझ जाती है। इहदे विच फिर ऐसा रजेवा आउंदा है, ये धरती अपने विचों उस बारिश दियां बूंदां नाल अन्न पैदा करदी है। वो अन्न इस संसार दे जीवां दी भुख मिटाउंदा एक खेड़ वापरदी है। इस धरती दी पुकार विचों वो पुकार पहुंचदी है वाहिगुरु जी करता पुरख कोल, ते वो पुकार सुन के फिर हुक्म जारी करते है, जिसका महाराज जिक्र करते कहते पार ब्रह्म फरमाया, मींह उठा सहज सुभाए। वाहिगुरु जी ने हुक्म किया मींह वराउण दे लई, ते ये मींह वाहिगुरु जी दे हुक्म विच फरमान विच आसमान तो बूंदां बन के धरती ते आया, अपने आप ही वरिया। ये कुदरत दा एक आद जुगादी नियम है। धरती नूं जदों लोड़ पैंदी है इस बारिश दी मींह दी, तां करता पुरख वाहिगुरु जी ने ये नियम बनाता कि इत्थे मींह वरे। इस मींह दे वरण नाल ये धरती जिहड़ी है ऐसी समर्थ बने कि इहदे विच अन्न धन पैदा होवे, अनाज पैदा होवे, पेड़ पौधे बनस्पति पैदा हो, उहदे उत्ते सब्जियां फल इत्यादि इस संसार दे जीवां दी तृप्ति दे लई पैदा होवे, उपजे। ये नियम बनाया होया है कुदरत ने, वाहिगुरु ने कुदरत नूं साज के इहदे विच ये अपनी हुक्मी मर्यादा रखी हुई है। ये आद जुगादी है। हुण इत्थे एक बेनती मैं आप जी दे चरनां च कर दियां। ये प्रमाण ते सतगुरु ने दिता, लेकिन इस संसार दे लोकां ने अज कुदरत नूं, कुदरत दी इस करता पुरख वल्लों होई बनाई हुई मर्यादा नूं ऐसा अपनी हौमे खुदगर्जी दे अधीन डिस्टर्ब किया, ये विघन पाए कि अज आप ही उहदे नतीजे भुगत रहा है। वाहिगुरु जी ने बड़े सोहने मौसम जिथे जिथे जिस तरह की लोड़ सी रुत्तां भी बनाईयां, सब कुछ किया, लेकिन मनुख ने अपनी अवेसलेपन की बेध्याने बेसंजमेपन वाली बिरती दे अधीन सब कुछ कुदरत दे विच विघन पा के अपने लिए दुखदाई नतीजे कढ़ लए। अज मौसम भी होरी तरह के हो गए। इत्थे कुदरत दा जिहड़ा ये पेड़ पौधियां दा सानू मिलिया होया ये दान सी, ਉਹਨੂੰ भी असी अपनी हौमे दे अधीन तहस नहस कर लिया। हुण फिर ਇਹਦੇ माड़े नतीजे भी असी आप ही भुगत रहे हैं। मैं ਉਹਦੇ विस्तार विच नहीं जाना। अज सारे समाज दे विच हाहाकार मची हुई है। प्रदूषण हो गया, साह घुटिया जा रहा, ऑक्सीजन खत्म हो गई, हुण जीवना दुभर हो गया, साह लैना दुभर हो गया। हवा ते दित्ती सी सानू जीवन चलदा रखण वास्ते, ये हवा अज मौत का कारण बन गई। ਇਹਦੇ ਲਈ कोई दूजा जिम्मेवार नहीं। मैं बेनती इत्थों शुरू की सी, मत ते मिली है, पर मत नूं जदों असीं कुमत बना के वरतदे हां, फिर ਉਹਦੇ माड़े नतीजिਆਂ ਨੂੰ भी सानू ही भुगतना पैंदा। अज भुगत रहे हां। ਇਹ मौसम दे बार-बार चर्चे टीवियां ते दिखाए जाते हैं
कि आ देखो अज इन्ना प्रदूषण वध गया, अज इन्नी कार्बन वध गई, अज इन्ना वध गया जहरीलापन। इहदी लोड़ क्यों पै गई भाई? किते असीं बेसंजमे हो गए ते हुण असीं डरदे पए हां, भयभीत हो गए हां, बेचैन हो गए हां। ये की हो रहा है? ये बीमारियां इन्नियां लग गईयां। महाराज कहंदे फिर दद्दा दोष ना देऊ किसै, दोष कर्मा अपने आ, जो मैं किया सो मैं पाया, दोष ना दीजै अवर जना। मैं ते महाराज कहंदे तुहानूं समझाया सी ये गल, सुचेत कीतिया सी तुहानूं, मत नूं कुमत ना बनन दिओ। मैं तुहानूं समत दे धारनी बनन वास्ते ए समझाया सी। पवन गुरु पानी पिता माता धरत महत, इनू सब तो उच्चे रिश्तियां नाल जोड़ के इन्हां नाल सत्कार भरिया, अपनत भरिया रिश्ता बनाउण दी तुहानूं सिੱਖਿਆ ਦਿੱਤੀ ਸੀ, ਤੁਸੀਂ भुल गए। ते उस भुल दे करके अज ए माड़े नतीजे भुगत रहे हो। अज शब्द दी गल साडे लई साडे नाल सांझी कर रहे, शब्द गुरु दी गल साडे नाल सांझी कर रहे कि जिसनों सतगुरु दी मत आ जाएगी ਉਹਦੇ जीवन विच भी यही कुछ होएगा जो धरती नाल हो रहा है। तुहाडे अंदरों पुकार उठेगी जदों। महाराज कहंदे जदों प्यास जागेगी, वाहिगुरु जी मैं दुख बेचैनी विच नहीं जीउणा चाहुंदा, डरिया सहमिया होया, मैं ते मेरे परिवार नूं इस तरह दी तरसयोग हालत विच नहीं देखना चाहुंदी, नहीं देखना चाहुंदा। बादशाह तुहानूं मैं बेनती करन वास्ते इत्थे आया, बेनती करन वास्ते आई हां, साडी पुकार सुन लो। मैं ते मेरा परिवार कल्ला यही नहीं, मेरा भाईचारा ही नहीं, ये मेरा देश ही नहीं, ये सारी धरती दे जीव मनुखां दे समेत आनंद विच सुख विच तुहाडा दिता होया जीवन गुजारन। पातशाह मैं सारियां लई अरदास करदा, नानक नाम चढ़दी कला तेरे भाणे सरबत दा भला। पातशाह सारियां दा भला कर दिओ, मेरा भी करो, मेरे बच्चियां मेरे परिवार दा भी ते सारियां दा भला करो। ये मत सानू गुरु ने दिती सी। महाराज कहंदे ये मत नाल बेनतियां करोगे तां जिद्दां धरती दी पुकार सुन के वाहिगुरु जी मींह वरसा दिंदे है, इदां ही तुहानू अपने नाम सिमरन दी वरखा करके रजा देणगे। इदां रजा देणगे कि तुहाडीआं दुनियावी भुੱਖਾਂ नहीं रहणगीਆਂ। हुण ते भुੱਖਾਂ ही नहीं रहीਆਂ, हुण ते तृष्णा बन गई है ना। महाराज कहंदे ये दुनियावी भुੱਖਾਂ भी नाम दी भुੱਖ नाल सारियां तृप्त हो जाणगीਆਂ। यही पढ़दे आ रोज, हुण भी पढ़ांगे। साचा नाम मेरा आधारो, साच नाम आधार मेरा, जिन भुੱਖਾਂ सब गवाइयां। असीं इन्हां भुੱਖਾਂ दे मारे होए भटकदे बेचैन अशांत हां। पातशाह कहंदे पार ब्रह्म फरमाया मींह उठा सहज सुभाए, अन्न धन बहुत उपजिया, पृथ्वी रजी तृप्त अगाए। जिवें पृथ्वी रजी तृप्त अगाए, जिवें पृथ्वी धरती वाहिगुरु जी वल्लों आसमान तो भेजियां होइयां मींह रूपी बूंदां दे नाल तृप्त हो जाती है, इहदी तपश मिट जाती है, इहदे विच पानी समा जाता है, ते फिर ये धरती अगों अपनी तृप्ति विचों अन्न धन पैदा करती है। दुनिया दे लई सुख साधन बनता है वो अन्न, वो पेड़ पौधे, वो फल सब्जियां, सब दा पेट भरिया जाता है। पातशाह कहंदे इदां ही जे किते पुकारोगे सतगुरु कोल आके, सतगुरु दे राही वाहिगुरु जी कोल पुकारोगे, हम भीखक भिखारी तेरे, तू निजपत है दाता, हो दयाल नाम दे हो मंगत जन को, सदा रहो रंग राता। तो महाराज कहंदे पुकार सुनी जाती है, निश्चय ही सुनी जाती है। ते जिहदी सुनी जाती है दातार जी कहंदे फिर वो भुखा नहीं करदा, वो ऐसा रजदा है कि आप भी रजिया होया दूजियां नूं भी इस रजेवें दा अधिकारी बनाउण लई आप जपै, अवरह नाम जपावै दी अवस्था विच विचरना शुरू कर दिंदा। सदा सदा गुण उचरै दुख दालत गया बिलाए। सच्चे पातशाह कहंदे जिन्हों सदा सदा गुरु दी मत राही, वाहिगुरु जी तुहाडा शुक्र है, वाहिगुरु जी तुहाडा शुक्र है, शुक्र है
ਸ਼ੁਕਰ ਹੈ ਕਰਨਾ ਆ ਜਾਂਦਾ ਹੈ। ਦਾਤਾਰ ਪਾਤਸ਼ਾਹ ਕਹਿੰਦੇ ਨਾ ਉਹਦੇ ਜੀਵਨ ਵਿੱਚ ਦੁੱਖ ਰਹਿੰਦਾ ਹੈ, ਨਾ ਆਲਸ ਦਲਿੱਦਰ ਰਹਿੰਦਾ। ਹੁਣ ਤੇ ਬਣਿਆ ਹੋਇਆ ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਜਿਨ੍ਹਾਂ ਦੇ ਨਹੀਂ ਹੈ ਉਹਨਾਂ ਨੂੰ ਨਮਸਕਾਰ ਹੈ, ਪਰ ਸਾਡੇ ਵਿੱਚੋਂ ਬਹੁਤਿਆਂ ਦੇ ਹੈ। ਆਲਸੀ ਹਾਂ ਅਸੀਂ, ਪਹਿਲਾਂ ਤੇ ਗੁਰੂ ਘਰ ਆਉਣ ਨੂੰ ਹੀ ਜੀ ਨਹੀਂ ਕਰਦਾ। ਜੇ ਆ ਜਾਂਦੇ ਹਾਂ ਤੇ ਕਿਉਂਕਿ ਗੁਰੂ ਦੇ ਸ਼ਬਦ ਨਾਲ ਉਹ ਸੁਰਤੀ ਬਿਰਤੀ ਵਾਲਾ ਰਿਸ਼ਤਾ ਨਹੀਂ ਬਣਦਾ। ਇੱਥੇ ਆ ਕੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਇੱਥੇ ਆ ਕੇ ਛੇਤੀ ਛੇਤੀ ਭੱਜੂ ਕਰਨ ਲੱਗਦੇ ਹਾਂ, ਜਾਂ ਇੱਥੇ ਆ ਕੇ ਅਸੀਂ ਇਸ ਨੂੰ ਜੋੜ ਮੇਲਾ ਨਹੀਂ ਰਹਿਣ ਦਿੰਦੇ, ਮੇਲਾ ਬਣਾ ਦਿੰਦੇ ਹਾਂ। ਇਹ ਪਿਕਨਿਕ ਸਪਾਟ ਬਣ ਜਾਂਦੇ ਨੇ। ਇੱਥੇ ਅਸੀਂ ਦੁਨਿਆਵੀ ਬਿਰਤੀਆਂ ਲੈ ਕੇ ਆ ਜਾਂਦੇ ਹਾਂ, ਦੁਨਿਆਵੀ ਫੈਸ਼ਨਾਂ ਨੂੰ, ਦੁਨਿਆਵੀ ਦਿਖਾਵਿਆਂ ਨੂੰ, ਦੁਨਿਆਵੀ ਅਮੀਰੀ ਨੂੰ ਦਿਖਾਉਣ ਆ ਜਾਂਦੇ ਹਾਂ। ਲੰਗਰ ਨਹੀਂ ਰਹਿ ਜਾਂਦਾ। ਇਹ ਸਾਡੇ ਦੁਨਿਆਵੀ ਖਾਣ ਵਾਲੇ ਪਦਾਰਥਾਂ ਦਾ ਦਿਖਾਵਾ ਬਣ ਕੇ ਰਹਿ ਜਾਂਦਾ। ਇੱਥੋਂ ਭਾਈ ਸਾਹਿਬ ਬੇਨਤੀਆਂ ਕਰਦੇ ਹੈ, ਭਾਈ ਆਪਣੇ ਆਪਣੇ ਨਾਂ ਇਹ ਕਰਿਆ ਕਰੋ, ਗੁਰੂ ਕੇ ਲੰਗਰ ਵਿੱਚ ਸ਼ਰਧਾ ਸਤਿਕਾਰ ਨਾਲ ਤਿਲ ਫੁੱਲ ਪਾਓ, ਇੱਥੇ ਬੈਠ ਕੇ ਛਕਿਆ ਕਰੀਏ, ਨਾਲੇ ਗੁਰੂ ਕਰੀਏ, ਗੁਰੂ ਦੇ ਸ਼ਬਦ ਦਾ ਵੀ ਲੰਗਰ ਛਕੀਏ। ਇਹ ਗੁਰੂ ਦੇ ਦਰ ਤੇ ਆਏ ਹੋਏ ਸੰਗਤਾਂ ਵੱਲੋਂ ਅਰਪਿਤ ਕੀਤੇ ਹੋਏ ਅੰਨ ਪਾਣੀ ਦਾ ਲੰਗਰ ਵੀ ਛਕੀਏ ਤੇ ਫਿਰ ਰਲ ਮਿਲ ਕੇ ਸ਼ੁਕਰ ਕਰੀਏ। ਇਹ ਜਿਹੜਾ ਰਲ ਮਿਲ ਕੇ ਸ਼ੁਕਰ ਕਰਨ ਦਾ ਸਤ ਸੰਗੀ ਰੂਪ ਹੈ ਨਾ, ਇਹਦੇ ਵਿੱਚੋਂ ਮਹਾਰਾਜ ਕਹਿੰਦੇ ਉਹ ਨਤੀਜਾ ਨਿਕਲਦਾ ਜਿਹੜਾ ਧਰਤੀ ਦੇ ਉੱਤੇ ਨਿਕਲਦਾ, ਆਪ ਵੀ ਰੱਜਦੀ ਤੇ ਦੂਜਿਆਂ ਨੂੰ ਵੀ ਰਜਾਉਂਦੀ ਹੈ। ਏਦਾਂ ਹੀ ਗੁਰਦੇਵ ਕਹਿੰਦੇ ਤੁਹਾਡੇ ਜੀਵਨ ਵਿੱਚੋਂ ਵੀ ਦੁੱਖ ਆਲਸ ਗਿਆ ਬਿਲਾਏ। ਇਹ ਦੁੱਖ ਦਾਲਤ ਜਿਹੜਾ ਹੈ, ਆਲਸ ਜਿਹੜਾ ਹੈ ਉਹ ਨਿਕਲ ਜਾਏਗਾ। ਫਿਰ ਸਾਚੇ ਨਾਮ ਕੀ ਲਾਗੈ ਭੂਖ ਦੀ ਗੱਲ ਚੱਲ ਪਏਗੀ ਆਪਣੇ ਆਪ। ਦੂਜੀਆਂ ਭੁੱਖਾਂ ਪਿੱਛੇ ਰਹਿ ਜਾਣਗੀਆਂ। ਇਹ ਨਾਮ ਦੀ ਭੁੱਖ ਬਾਰ-ਬਾਰ ਝੋਲੀ ਅੱਡਣ ਲਈ ਸਾਨੂੰ ਪਿਆਰ ਕਰ ਦੇਗੀ। ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜ਼ਾਏ। ਹੁਣ ਇਹ ਰਜ਼ਾ ਫਿਰ ਗੁਰਦੇਵ ਜੀ ਕਹਿੰਦੇ ਵਾਹਿਗੁਰੂ ਦੀ ਹੈ। ਕੋਈ ਮੰਗੇ ਤੇ ਸਹੀ, ਕੋਈ ਝੋਲੀ ਅੱਡੇ ਤੇ ਸਹੀ, ਮੈਂ ਤੇ ਦੇਣ ਵਾਸਤੇ ਤਿਆਰ ਹਾਂ। ਮਾਤਾ ਪਿਤਾ ਤੇ ਹਮੇਸ਼ਾ ਹੀ ਤਿਆਰ ਹੁੰਦੇ ਨੇ ਆਪਣੇ ਬੱਚਿਆਂ ਦੇ ਲਈ ਸੁੱਖ, ਆਪਣੇ ਬੱਚਿਆਂ ਲਈ ਖੁਸ਼ੀਆਂ, ਉਹਨਾਂ ਦੀ ਲੋੜ ਪੂਰੀ ਕਰਨ ਲਈ ਉਤਾਵਲੇ ਹੁੰਦੇ ਨੇ, ਆਪ ਦਿੰਦੇ ਵੀ ਨੇ। ਪਰ ਜਦੋਂ ਬੱਚਾ ਮੰਗਦਾ ਹੈ ਨਾ ਤੇ ਮਾਂ ਪਿਓ ਨੂੰ ਬੜੀ ਸੰਤੁਸ਼ਟੀ ਮਿਲਦੀ ਹੈ, ਬੜਾ ਹੀ ਚੰਗਾ ਲੱਗਦਾ ਹੈ। ਮੇਰੇ ਬੱਚੇ ਨੇ ਮੇਰੇ ਕੋਲੋਂ ਆਪਣੀ ਲੋੜ ਵਾਸਤੇ ਕੁਝ ਮੰਗਿਆ ਹੈ ਤੇ ਉਸ ਵੇਲੇ ਦੇਣ ਲੱਗਿਆਂ ਮਾਂ ਨੂੰ ਵੀ ਪਿਤਾ ਨੂੰ ਵੀ ਤ੍ਰਿਪਤੀ ਹੁੰਦੀ ਹੈ। ਆਪਣੀਆਂ ਲੋੜਾਂ ਨੂੰ ਸੀਮਤ ਕਰਕੇ ਵੀ, ਆਪ ਮੁਸ਼ਕਲਾਂ ਝੱਲ ਕੇ ਵੀ ਪਿਓ ਮਾਂ ਆਪਣੇ ਬੱਚਿਆਂ ਦੇ ਸੁੱਖ ਲਈ ਉਤਾਵਲੇ ਹੋ ਜਾਂਦੇ ਨੇ। ਇੱਦਾਂ ਹੀ ਵਾਹਿਗੁਰੂ ਜੀ, ਉਹਨਾਂ ਦੀ ਆਦਤ, ਉਹਨਾਂ ਦਾ ਸੁਭਾਅ ਵੀ, ਉਹਨਾਂ ਦਾ ਬਿਰਦ ਵੀ ਇਹੀ ਹੈ। ਉਹਦੇ ਸਾਜੇ ਹੋਏ ਅਸੀਂ, ਉਹਦੇ ਧੀਆਂ ਪੁੱਤਰ, ਉਹਦੇ ਦੇ ਬੱਚੇ ਜਦੋਂ ਉਹਨਾਂ ਕੋਲੋਂ ਪੁਕਾਰ ਕੇ ਮੰਗਦੇ ਹਾਂ ਉਹਨਾਂ ਦੀ ਸਿਫਤ ਸਲਾਹ, ਉਹਨਾਂ ਦਾ ਪਿਆਰ, ਤਾਂ ਦਾਤਾਰ ਜੀ ਕਹਿੰਦੇ ਫਿਰ ਵਾਹਿਗੁਰੂ ਦੇਣ ਵਿੱਚ ਢਿੱਲ ਨਹੀਂ ਕਰਦੇ, ਸਾਨੂੰ ਮੰਗਣ ਵਿੱਚ ਹੀ ਢਿੱਲ ਰਹਿ ਜਾਂਦੀ ਹੈ। ਇਹ ਪੂਰਬਲੇ ਕਰਮਾਂ ਰਾਹੀਂ ਇੱਦਾਂ ਬਖਸ਼ਿਸ਼ ਵਾਹਿਗੁਰੂ ਜੀ ਵੱਲੋਂ ਉਹਨਾਂ ਦੇ ਹੁਕਮ ਵਿੱਚ ਹੁੰਦੀ। ਪਰਮੇਸ਼ਰ ਜੀ ਵਾਲੇ ਆ ਨਾਨਕ ਤਿਸੈ ਤੇ ਆਏ। ਫਿਰ ਅਸੀਂ ਮਰਨ ਹਾਕੇ ਹੋ ਕੇ ਮਰੂ ਕਰਦੇ ਹਾਂ, ਬੇਚੈਨ ਅਸ਼ਾਂਤ। ਸ਼ਿਕਵਿਆਂ ਵਾਲਾ ਜੀਵਨ ਨਹੀਂ, ਸ਼ੁਕਰ ਵਾਲਾ। ਜਿੱਦਾਂ ਧਰਤੀ ਰੱਜ ਜਾਂਦੀ ਹੈ, ਤ੍ਰਿਪਤ ਹੋ ਜਾਂਦੀ ਹੈ, ਇੱਦਾਂ ਸਾਡੇ ਜੀਵਨ ਵੀ ਮਨ ਕਰਕੇ, ਸੁਰਤੀ ਕਰਕੇ ਇਸ ਤਰ੍ਹਾਂ ਦੀ ਤ੍ਰਿਪਤੀ ਵਿੱਚ ਜਿਉਂਦੇ ਹੈ। ਸ਼ਿਕਵਾ ਮੁੱਕ ਜਾਂਦਾ, ਸ਼ੁਕਰ ਆ ਜਾਂਦਾ ਹੈ, ਸੰਤੁਸ਼ਟੀ ਆ ਜਾਂਦੀ ਹੈ। ਬਸ ਇਹੋ ਹੀ ਨਤੀਜੇ ਹੈ ਜਿਹੜੇ ਮਹਾਰਾਜ ਕਹਿੰਦੇ ਚਾਹੁੰਦੇ ਤੇ ਅਸੀਂ ਸਾਰੇ ਹਾਂ, ਪਰ ਨਿਕਲਦੇ ਨਹੀਂ ਪਏ। ਨਿਕਲ ਜਾਣਗੇ ਜਦੋਂ ਗੁਰੂ ਦੀ ਮੱਤ ਰਾਹੀਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਿਆਂ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇਸ ਅਵਸਥਾ ਦੇ ਧਾਰਨੀ ਬਣਾਂਗੇ। ਪਾਤਸ਼ਾਹ ਬਚਨ ਕਰਦੇ ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ। ਮਹਾਰਾਜ ਸਮਝਾਉਂਦੇ ਆ ਸਾਨੂੰ। ਮੈਂ ਇਹਨਾਂ ਆਨੰਦਮਈ ਨਤੀਜਿਆਂ ਦਾ ਭਾਗੀ ਕਿਵੇਂ ਬਣਿਆ ਜਾਂਦਾ, ਇਹ ਗੱਲ ਤੁਹਾਨੂੰ ਸਮਝਾਉਂਦੇ ਆ। ਇਹ ਕਹਿਣਾ ਭਾਈ ਇਹ ਕਰਿਆ ਕਰੋ। ਗੁਰੂਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਬੜੇ ਪਿਆਰ ਨਾਲ ਸਾਨੂੰ ਬਖਸ਼ਿਸ਼ ਕਰਦੇ। ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਦੀ ਨਿਰਵਾਣ ਪਦਵੀ ਵਾਲੀ, ਨਿਰਵਾਣ ਅਵਸਥਾ ਵਾਲੀ ਜ਼ਿੰਦਗੀ ਚਾਹੁੰਦੇ ਹੋ, ਨਿਰਵਾਣ ਤੋਂ ਕੀ ਭਾਵ ਹੈ? ਮੁਕਤੀ, ਛੁਟਕਾਰਾ। ਛੁਟਕਾਰਾ ਕਿਸ ਗੱਲ ਤੋਂ?
ਇਹ ਵਿਕਾਰੀ ਬਿਰਤੀਆਂ ਦੇ ਪ੍ਰਭਾਵ ਤੋਂ। ਮਹਾਰਾਜ ਕਹਿੰਦੇ ਦੁਨੀਆ ਦੀ ਗੁਲਾਮੀ, ਸੰਸਾਰ ਦੀ ਗੁਲਾਮੀ ਕੋਈ ਅਰਥ ਨਹੀਂ ਰੱਖਦੀ। ਜੇ ਤੁਹਾਨੂੰ ਮਨ ਕਰਕੇ ਆਜ਼ਾਦ ਸੁਤੰਤਰ ਹੋ ਕੇ ਜਿਉਣਾ ਆ ਜਾਏ ਨਾ, ਆਹੀ ਸਿਖਾਇਆ ਸੀ ਕਲਗੀਧਰ ਪਾਤਸ਼ਾਹ ਨੇ। ਅੱਜ ਗੁਲਾਮ ਬਣ ਕੇ ਨਹੀਂ ਜਿਉਣਾ। ਸਮਾਂ ਨਹੀਂ ਹੈ ਮੈਂ ਉਸ ਪਾਸੇ ਵੱਲ ਵਿਚਾਰਾਂ ਕਰਾਂ। ਅਸੀਂ ਰੋਂਦਿਆਂ ਧੋਂਦਿਆਂ ਦੁਨੀਆ ਦੇ ਸਾਹਮਣੇ ਰੌਲਾ ਪਾਉਣਾ, ਜੀ ਸਾਡੇ ਨਾਲ ਜ਼ੁਲਮ ਹੋ ਗਿਆ, ਜੀ ਸਾਡੇ ਨਾਲ ਇਹ ਹੋਇਆ, ਜੀ ਸਾਡੇ ਨਾਲ ਫਲਾਣਾ ਹੋ ਗਿਆ, ਧੱਕਾ ਹੋਇਆ ਜੀ। ਪਾਤਸ਼ਾਹ ਕਹਿੰਦੇ ਕਿਉਂ ਦੁਨੀਆ ਦੇ ਸਾਹਮਣੇ ਤਰਸ ਦੇ ਪਾਤਰ ਬਣ ਕੇ ਰੋਲੇ ਖੁਲੇ ਜਿਉਨੇ ਆ? ਇੱਥੇ ਆਓ, ਮੈਂ ਤੇ ਤੁਹਾਨੂੰ ਇਹਨਾਂ ਪਾਤਸ਼ਾਹਾਂ ਤੋਂ ਵੀ ਉੱਪਰਲਾ ਸੱਚਾ ਪਾਤਸ਼ਾਹ ਬਣਿਆ ਦੇਖਣਾ ਚਾਹੁੰਦਾ। ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਓਗੇ, ਗੁਲਾਮ ਨਹੀਂ ਰਹੋਗੇ, ਆਪ ਪਾਤਸ਼ਾਹ ਬਣ ਜਾਓਗੇ। ਪਰ ਤੁਹਾਨੂੰ ਇਹਦੇ ਲਈ ਕਰਨਾ ਕੀ ਪਏਗਾ? ਬਖਸ਼ਿਸ਼ ਦਾ ਪਾਤਰ ਬਣ ਕੇ ਸਿਫਤ ਸਲਾਹ ਝੋਲੀ ਪਵਾਉਣੀ ਪਏਗੀ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਸੱਚ ਹੈ। ਮਹਾਰਾਜ ਕਹਿੰਦੇ ਕਰਕੇ ਦੇਖੋ, ਤੁਸੀਂ ਰੋਲੇ ਖੋਲੇ ਨਹੀਂ ਰਹੋਗੇ। ਇਹ ਮਾਨਸਿਕ ਗੁਲਾਮੀ ਜਿਹੜੀ ਵਿਕਾਰੀ ਬਿਰਤੀਆਂ ਦੀ ਹੈ, ਪਹਿਲਾਂ ਇਹ ਤੋਂ ਬਚਣਾ ਸਿੱਖੋ। ਸੰਸਾਰ ਦੀ ਗੁਲਾਮੀ ਆਪੇ ਹੀ ਤੁਹਾਡੇ ਜੀਵਨ ਵਿੱਚੋਂ ਨਿਕਲ ਜਾਏਗੀ। ਕਲਗੀਧਰ ਪਾਤਸ਼ਾਹ ਨੇ ਇਹੀ ਆਖਿਆ। ਸਮੇਂ ਦਾ ਹਾਕਮ ਕਹਿੰਦਾ ਕੋਈ ਮੁਸਲਮਾਨ ਹੋਣ ਤੋਂ ਬਿਨਾਂ ਘੋੜੇ ਤੇ ਨਹੀਂ ਚੜ ਸਕਦਾ। ਮਹਾਰਾਜ ਕਹਿੰਦੇ ਮੇਰੇ ਸਿੱਖ ਚੰਗੇ ਤੋਂ ਚੰਗੇ ਘੋੜੇ ਰੱਖਣਗੇ, ਕੋਈ ਸ਼ਸਤਰ ਨਹੀਂ ਰੱਖ ਸਕਦਾ। ਔਰੰਗਜ਼ੇਬ ਕਹਿੰਦਾ, ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਤੇਰੇ ਗੁਲਾਮ ਨਹੀਂ ਹਨ, ਉਹ ਸਿੱਧੇ ਅਕਾਲ ਪੁਰਖ ਦੇ ਸੇਵਕ ਨੇ, ਉਹਦੇ ਗੁਲਾਮ ਨੇ। ਉਹ ਗੁਰੂ ਨਾਨਕ ਦੇ ਦਰ ਘਰ ਦੇ ਸੇਵਕ ਗੁਲਾਮ ਨੇ, ਚਾਕਰ ਨੇ, ਤੇਰੇ ਨਹੀਂ। ਮੇਰਾ ਸਿੱਖ ਚੰਗੇ ਤੋਂ ਚੰਗਾ ਸ਼ਸਤਰ ਰੱਖੇਗਾ। ਉਹ ਕਹਿੰਦੇ ਕਲਗੀ ਨਹੀਂ ਲਾ ਸਕਦੇ। ਮਹਾਰਾਜ ਕਹਿੰਦੇ ਮੈਂ ਕਲਗੀਆਂ ਵੀ ਲਾਵਾਂਗਾ। ਮੈਂ ਚੰਗੇ ਤੋਂ ਚੰਗੇ ਆਪਣੇ ਸਿੱਖਾਂ ਨੂੰ ਉਹ ਧਨ ਪਦਾਰਥ ਦਿਆਂਗਾ, ਦਵਾਵਾਂਗਾ। ਬਾਦਸ਼ਾਹੀਆਂ ਉਹਨਾਂ ਦੇ ਅੱਗੇ ਪਿੱਛੇ, ਰਿਧੀਆਂ ਸਿੱਧੀਆਂ ਉਹਨਾਂ ਦੇ ਅੱਗੇ ਪਿੱਛੇ। ਤੂੰ ਆਪਣੇ ਤੂਤੀਆਂ ਨਗਾਰੇ ਵਜਾਉਣਾ, ਮੈਂ ਆਨੰਦਪੁਰੀ ਦੇ ਵਿੱਚ ਰਣਜੀਤ ਨਗਾਰਾ ਵਜਾਵਾਂਗਾ, ਜਿਹੜਾ ਦੁਨੀਆ ਦੇ ਵਿੱਚ ਥਾਂ ਥਾਂ ਤੇ ਸੁਣਿਆ ਜਾਵੇਗਾ। ਅੱਜ ਵੀ ਨਗਾਰੇ ਵੱਜ ਰਹੇ ਨੇ। ਅੱਜ ਵੀ ਕਲਗੀਧਰ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਬਾਰਾਂ ਵਿੱਚ, ਗੁਰੂ ਅਸਥਾਨਾਂ ਵਿੱਚ ਰੋਜ਼ ਨਗਾਰੇ ਵੱਜਦੇ ਤੇ ਨਾਲ ਆਖਿਆ ਜਾਂਦਾ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ। ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਅਸੀਂ ਇਹ ਸੁਨੇਹਾ ਸਮਝ ਲਈਏ, ਸ਼ਰਨ ਵਿੱਚ ਆ ਜਾਈਏ, ਫਿਰ ਖੁਆਰੀ ਵੀ ਮੁੱਕੇਗੀ, ਮਿਲਾਪ ਵੀ ਹੋਵੇਗਾ ਤੇ ਸੱਚੀ ਪਾਤਸ਼ਾਹੀ ਵੀ ਸਾਡੀ ਝੋਲੀ ਪਵੇਗੀ। ਬਸ ਕਰਨਾ ਇੱਕੋ ਹੀ ਹੈ। ਮਹਾਰਾਜ ਕਹਿੰਦੇ ਜੀਵਨ ਪਦ ਨਿਰਵਾਣ ਇੱਕੋ ਸਿਮਰਿਐ। ਇੱਕ ਵਾਹਿਗੁਰੂ ਦੀ ਯਾਦ ਸ਼ੁਕਰਾਨੇ ਭਰੀ ਆਪਣੇ ਜੀਵਨ ਵਿੱਚ ਦ੍ਰਿੜ ਕਰੀਏ। ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ। ਯਾਦ ਰੱਖੋ, ਮਹਾਰਾਜ ਕਹਿੰਦੇ ਹੋਰ ਕੋਈ ਥਾਂ ਨਹੀਂ ਤੁਹਾਨੂੰ ਇਸ ਨਮੋਸ਼ੀ ਭਰੀ ਖੁਆਰੀ ਵਾਲੀ ਬੇਚੈਨ ਅਸ਼ਾਂਤ ਜ਼ਿੰਦਗੀ ਤੋਂ ਬਚਾਉਣ ਲਈ। ਕੋਈ ਹੋਰ ਦੂਜੀ ਜਗ੍ਹਾ ਨਹੀਂ। ਕਿਹਦੇ ਕੋਲ ਜਾਓਗੇ? ਕਿੱਥੋਂ ਧੀਰਜ ਪ੍ਰਾਪਤ ਕਰੋਗੇ? ਇਹੀ ਜਗ੍ਹਾ ਹੈ ਜਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਕਹਿੰਦੇ ਮੈਂ ਦੇਖ ਲਿਆ ਇਸ ਸੰਸਾਰ ਦੇ ਲੋਕਾਂ ਨੂੰ ਕੋਈ ਹੋਰ ਜਗ੍ਹਾ ਨਹੀਂ ਲੱਭਦੀ ਜਿੱਥੇ ਸੁਖ ਮਿਲੇ ਤੇ ਸੁਖ ਨਾਮ ਤੋਂ ਬਿਨਾਂ ਨਹੀਂ ਮਿਲਣਾ। ਤੇ ਮਹਾਰਾਜ ਕਹਿੰਦੇ ਮੇਰੇ ਕੋਲ ਤੁਹਾਨੂੰ ਦੇਣ ਲਈ ਅੱਜ ਭਾਵੇਂ ਦੁਨੀਆ ਦੀਆਂ ਮੰਗਾਂ ਮੰਗਦੇ ਹੋ, ਅੱਜ ਦੁਨੀਆ ਦੀਆਂ ਲੋੜਾਂ ਪੂਰੀਆਂ ਕਰਾਉਣ ਵਾਸਤੇ ਮੇਰੇ ਕੋਲ ਆਏ ਹੋ, ਪਰ ਮੈਂ ਚਾਹੁੰਦਾ ਇਹ ਦੁਨਿਆਵੀ ਮੰਗਾਂ ਮੰਗਦਿਆਂ ਤੁਹਾਨੂੰ ਇਹ ਮੰਗ ਮੰਗਣੀ ਆ ਜਾਏ। ਸਾ ਮਤ ਦੇਹੁ ਦਇਆਲ ਪ੍ਰਭ ਜਿਤ ਤੁਮੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਦਾਤਾਰ ਜੀ ਕਹਿੰਦੇ ਇਹ ਮਿਲ ਜਾਏਗਾ ਤੁਹਾਨੂੰ ਤਾਂ ਫਿਰ ਤੁਹਾਨੂੰ ਸੁੱਖ ਮਿਲ ਜਾਏਗਾ ਜਿਹੜਾ ਸੰਸਾਰ ਕੋਲ ਨਹੀਂ ਹੈ। ਤਨ ਧਨ ਹੋਸੀ ਛਾਰ ਜਾਣੈ ਕੋਏ ਜਾਨ। ਇਹ ਸੰਸਾਰ ਦੇ ਵਿੱਚ ਰਹਿੰਦੇ ਆ, ਇਹ ਤਨ ਵੀ ਮੁੱਕ ਜਾਣਾ, ਸੰਸਾਰ ਦੇ ਧਨ ਪਦਾਰਥ ਵੀ ਪਿੱਛੇ ਰਹਿ ਜਾਣੇ ਨੇ, ਜਿਨ੍ਹਾਂ ਦੀ ਪਕੜ ਵਿੱਚ ਸਾਰਾ ਸੰਸਾਰ ਦਿਨੇ ਰਾਤ ਭੱਜ ਨੱਠ ਕਰਦਾ। ਤੁਸੀਂ ਵੀ ਉਹਦੇ ਵਿੱਚ ਗੁਆਚੇ ਹੋਏ ਹੋ, ਉਸ ਦੌੜ ਭੱਜ ਵਿੱਚ ਸ਼ਾਮਲ ਹੋ ਕੇ ਖੁਆਰ ਹੋ ਰਹੇ ਹੋ। ਕਿਸੇ ਕਿਸੇ ਨੂੰ ਇਹ ਗੱਲ ਗੁਰਮੁਖ ਬਣ ਕੇ ਸਮਝ ਆਉਂਦੀ। ਰੰਗ ਰੂਪ ਰਸ ਬਾਦ ਕੇ ਕਰੈ ਪ੍ਰਾਣੀਆਂ, ਸੁਚੇਤ ਕਰਦੇ ਆ ਮਹਾਰਾਜ। ਉਹ ਮਨੁੱਖ ਕਹਾਉਣ ਵਾਲਿਆ
ਇਹ ਪ੍ਰਾਣਾਂ ਦੇ ਆਧਾਰ ਤੇ ਜ਼ਿੰਦਗੀ ਜਿਉਣ ਵਾਲਿਆ, ਇਹ ਦੁਨੀਆ ਦੇ ਰੰਗ ਰੂਪ ਰਸ ਇਹ ਸਭ ਮੁੱਕ ਜਾਣੇ ਨੇ, ਇਹਨਾਂ ਵਿੱਚ ਕਿਉਂ ਗੁਆਚਿਆ ਪਿਆ? ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣਿਆ। ਜੇ ਟੁੱਟੋਗੇ ਫਿਰ ਉਹਦੀ ਕਲਾ ਇਹੀ ਵਾਪਰਨੀ ਹੈ ਵੀ ਜੇ ਤੁਹਾਨੂੰ ਟੁੱਟ ਕੇ ਜਿਉਣ ਨੂੰ ਜੀ ਕਰਦਾ ਫਿਰ ਟੁੱਟੇ ਰਹੋ। ਨਹੀਂ ਸਮਝ ਆਉਣੀ ਤੁਹਾਨੂੰ ਕਿ ਇਹ ਆਤਮਿਕ ਸ਼ਕਤੀ ਜਦੋਂ ਮਿਲਦੀ ਹੈ ਫਿਰ ਤੁਸੀਂ ਜੇਤੂ ਬਣ ਕੇ ਆਨੰਦਮਈ ਨਤੀਜਿਆਂ ਦਾ ਜੀਵਨ ਜਿਉਨੇ ਹੋ। ਪਰ ਜੇ ਤੁਸੀਂ ਭੁੱਲੇ ਭਟਕੇ ਰਹੇ, ਮਹਾਰਾਜ ਕਹਿੰਦੇ ਫਿਰ ਜੀਵਨ ਏਦਾਂ ਵਿਅਰਥ ਚਲੇ ਜਾਣਾ। ਰੰਗ ਰੱਤੇ ਨਿਰਵਾਣ ਸੱਚਾ ਗਾਵਹੀ, ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ। ਪਾਤਸ਼ਾਹ ਸਾਡੀ ਬੇਨਤੀ, ਅਸੀਂ ਤੁਹਾਡੀ ਸ਼ਰਨ ਤੇ ਆਏ ਹਾਂ। ਜੇ ਸਾਡੀਆਂ ਬੇਨਤੀਆਂ ਤੁਹਾਨੂੰ ਭਾ ਜਾਣ ਤਾਂ ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣੀ ਸਿਫਤ ਸਲਾਹ ਗਾਉਣ ਦੀ ਦਾਤ ਬਖਸ਼ ਦਿਓ। ਤੇ ਗਾਉਣਾ ਜਿਹੜਾ ਹੈ ਉਹ ਸੰਸਾਰਕ ਢੰਗ ਸੰਸਾਰੀ ਬਿਰਤੀਆਂ ਨਾਲ ਨਹੀਂ, ਪਿਆਰ ਦੇ ਰੰਗ ਵਿੱਚ ਰਤ ਕੇ ਸਾਨੂੰ ਗਾਉਣਾ ਸਿਖਾ ਦਿਓ, ਤਾਂ ਕਿ ਨਿਰਵਾਣ ਕੀਰਤਨ ਕਰਦਿਆਂ ਨਿਰਵਾਣ ਪਦ ਸਾਨੂੰ ਮੁਕਤੀ ਦਾ ਪਦ, ਦੁਨੀਆ ਦੇ ਵਿਕਾਰੀ ਰੰਗ ਤਮਾਸ਼ਿਆਂ ਤੋਂ ਛੁਟਕਾਰੇ ਦਾ ਪਦਵੀ ਸਾਨੂੰ ਮਿਲ ਜਾਏ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਐਸੀ ਬਖਸ਼ਿਸ਼ ਸਾਡੇ ਤੇ ਕਰ ਦਿਓ। ਅੰਤਮ ਪੌੜੀ ਦੇ ਵਿੱਚ ਮਹਾਰਾਜ ਉਹਨਾਂ ਗੁਰਮੁਖ ਪਿਆਰਿਆਂ ਸਤ ਸੰਗੀਆਂ ਨਾਮ ਰਸੀਆਂ ਦੇ ਜੀਵਨ ਵਿੱਚ ਨਿਕਲਣ ਵਾਲੇ ਮਹਾਨ ਬਖਸ਼ਿਸ਼ ਭਰੇ ਨਤੀਜਿਆਂ ਦਾ ਜ਼ਿਕਰ ਕਰਦੇ। ਜੰਮਣ ਮਰਨ ਨਾ ਤਿਨ ਕਹੋ, ਜੋ ਹਰ ਲੜ ਲਾਗੇ। ਯਾਦ ਰੱਖਿਓ, ਮਹਾਰਾਜ ਕਹਿੰਦੇ ਮੈਂ ਨਾਮ ਸਿਮਰਨ ਦੀ ਇਸ ਕਰਕੇ ਬਾਰ-ਬਾਰ ਤੁਹਾਨੂੰ ਇਹ ਸਿੱਖਿਆ ਦ੍ਰਿੜ ਕਰਾਉਣੀ ਚਾਹੁੰਦਾ, ਕਿਉਂਕਿ ਜਿਨ੍ਹਾਂ ਦੇ ਕੋਲ ਵੀ ਹਰੀ ਦੇ ਨਾਲ ਜੁੜਨ ਦੀ ਸੁਭਾਗੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਵਾਹਿਗੁਰੂ ਦੀ ਸ਼ਰਨ ਲੱਗ ਕੇ ਵਾਹਿਗੁਰੂ ਦਾ ਪੱਲਾ ਪਕੜ ਕੇ ਉਹਦੇ ਸਿਮਰਨ ਵਿੱਚ ਜੁੜਦੇ ਨੇ, ਜੰਮਣ ਮਰਨ ਉਹਨਾਂ ਦਾ ਮੁੱਕ ਜਾਂਦਾ। ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜਿਹੜੇ ਸੁਚੇਤ ਹੋ ਕੇ ਵਾਹਿਗੁਰੂ ਜੀ ਦੇ ਕੀਰਤਨ ਵਿੱਚ ਗੁਣਗਾਨ ਵਿੱਚ ਸਿਫਤ ਸਲਾਹ 'ਚ ਜੁੜਦੇ ਹੈ, ਉਹ ਜਿਉਂਦੇ ਜੀ ਹੀ ਪ੍ਰਵਾਨ ਹੋ ਜਾਂਦੇ ਹੈ। ਜੀਵਨ ਤੋਂ ਬਾਅਦ ਦੀ ਮੁਕਤੀ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਰਹਿ ਜਾਂਦੀ, ਇੱਥੇ ਹੀ ਮੁਕਤੀ ਮਿਲ ਜਾਂਦੀ ਹੈ। ਜੀਵਨ ਮੁਕਤ ਵਿਕਾਰੀ ਬਿਰਤੀਆਂ ਤੋਂ, ਜੀਵਨ ਮੁਕਤੀ ਉਹਨਾਂ ਵਿਕਾਰੀ ਬਿਰਤੀਆਂ ਵਿੱਚ ਬਣੀ ਹੋਈ ਸੋਚ ਕਰਮਾਂ ਦੇ ਵਿੱਚੋਂ ਨਿਕਲੇ ਮਾੜੇ ਨਤੀਜਿਆਂ ਤੋਂ ਮੁਕਤੀ। ਦਾਤਾਰ ਜੀ ਕਹਿੰਦੇ ਸਾਧ ਸੰਗ ਜਿਨ ਪਾਇਆ ਸੇਈ ਵਡ ਭਾਗੇ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਮੰਦ ਭਾਗਿਆਂ ਤੇ ਵੱਡ ਭਾਗਿਆਂ ਦੀ ਗੱਲ ਤੁਹਾਡੇ ਨਾਲ ਕਰਦਾ। ਵੱਡ ਭਾਗੀ ਨੇ ਉਹ, ਖੁਸ਼ਕਿਸਮਤ ਨੇ ਉਹ ਜਿਨ੍ਹਾਂ ਨੂੰ ਸਾਧ ਸੰਗਤ ਵਿੱਚ ਆ ਕੇ, ਗੁਰੂ ਦੇ ਪਿਆਰਿਆਂ ਵਿੱਚ ਆ ਕੇ ਏਦਾਂ ਹੀ ਅੰਦਰ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਨੂੰ ਸੁਣਨਾ, ਪੜ੍ਹਨਾ, ਗਾਉਣਾ, ਵਿਚਾਰਨਾ ਆ ਗਿਆ। ਤੇ ਫਿਰ ਇੱਥੋਂ ਜਾ ਕੇ ਕਿਰਤ ਕਰਦੇ ਆ, ਕੀਰਤ ਦਾ ਚੇਤਾ ਰੱਖਦੇ ਆ, ਕਮਾਉਣਾ ਆ ਗਿਆ। ਉਹਨਾਂ ਦੇ ਕਰਮ ਜਿਹੜੇ ਨੇ ਮਹਾਰਾਜ ਕਹਿੰਦੇ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਉਹਨਾਂ ਦੇ ਕਰਮ ਫਿਰ ਬੁਰਾਈ ਵਾਲੇ ਨਹੀਂ ਹੁੰਦੇ, ਉਹ ਹੀ ਵੱਡੇ ਭਾਗਾਂ ਵਾਲੇ। ਨਹੀਂ ਤੇ ਮਹਾਰਾਜ ਕਹਿੰਦੇ ਮੰਦ ਭਾਗਾ ਤਾਂ ਫਿਰ ਇਹੀ ਹੈ, ਨਾਏ ਵਿਸਰਿਆ ਧ੍ਰਿਗ ਜੀਵਣਾ ਟੂਟੇ ਕੱਚ ਧਾਗੇ। ਜਿਵੇਂ ਕੱਚਾ ਧਾਗਾ ਥੋੜ੍ਹਾ ਜਿਹਾ ਪਕੜਿਆ ਤੇ ਟੁੱਟ ਕੇ ਟੁਕੜੇ ਟੁਕੜੇ ਹੋ ਜਾਂਦਾ ਹੈ, ਏਦਾਂ ਹੀ ਜ਼ਿੰਦਗੀ ਟੁਕੜੇ ਟੁਕੜੇ ਹੋ ਜਾਂਦੀ। ਕਦੀ ਕਾਮ ਆਪਣੇ ਵੱਲ ਖਿੱਚ ਕੇ ਲੈ ਜਾਂਦਾ, ਕਦੀ ਕ੍ਰੋਧ, ਕਦੀ ਲੋਭ, ਕਦੀ ਮੋਹ, ਕਦੀ ਹੰਕਾਰ, ਕਦੀ ਈਰਖਾ। ਇਹ ਅੱਗ ਵਾਂਗ ਸਾਡੇ ਜੀਵਨ ਨੂੰ ਤਪਾਈ ਰੱਖਦਾ ਹੈ। ਅਸੀਂ ਹੀ ਨਹੀਂ ਤਪਦੇ, ਸਾਡੇ ਸੰਪਰਕ ਵਿੱਚ ਆਉਣ ਵਾਲੇ ਵੀ ਸਾਡੇ ਇਸ ਅਗਿਆਨੀ ਵਿਕਾਰੀ ਬਿਰਤੀਆਂ ਦੀ ਤਪਸ਼ ਨਾਲ ਭਰੇ ਹੋਏ ਜੀਵਨ ਦੇ ਨਾਲ ਜਦੋਂ ਉਹ ਸੰਪਰਕ ਵਿੱਚ ਆਉਂਦੇ ਆ, ਉਹ ਵੀ ਤਪ ਜਾਂਦੇ ਆ। ਅਸੀਂ ਵੀ ਦੁਖੀ ਹੁੰਨੇ ਆ, ਉਹਨਾਂ ਨੂੰ ਵੀ ਦੁਖੀ ਕਰਦੇ ਆ। ਦਾਤਾਰ ਜੀ ਕਹਿੰਦੇ ਇਹੋ ਜਿਹਾ ਜੀਵਨ ਕੋਈ ਜੀਵਨ ਹੈ ਨਾਏ ਵਿਸਰਿਆ ਧ੍ਰਿਗ ਜੀਵਣਾ, ਤੇ ਘਰ ਹੈ ਅਫਸੋਸ ਹੈ ਇਹੋ ਜਿਹੇ ਜੀਵਨ ਤੇ। ਪਰ ਦਾਤਾਰ ਜੀ ਕਹਿੰਦੇ ਮੈਂ ਤੁਹਾਡਾ ਜੀਵਨ ਇਸ ਤਰ੍ਹਾਂ ਦਾ ਤਰਸਯੋਗ ਤੇ ਘਰ ਵਾਲਾ ਨਹੀਂ ਦੇਖਣਾ ਚਾਹੁੰਦਿਆ। ਇੱਥੇ ਆ ਗਏ ਹੋ ਤੇ ਫਿਰ ਚਰਨ ਧੂੜ ਗੁਰੂ ਦੀ, ਗੁਰੂ ਦੇ ਪਿਆਰਿਆਂ ਦੀ ਲੈ ਕੇ ਨਿਮਰਤਾ ਨਾਲ, ਸਮਰਪਣ ਭਾਵਨਾ ਨਾਲ ਬੈਠੋਗੇ। ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਣੀ, ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਪੈਣੀ। ਏਡੇ ਮਹਾ ਪਵਿੱਤਰ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਓਗੇ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਰਾਗੇ। ਕਰੋੜਾਂ ਲੱਖਾਂ ਪ੍ਰਯਾਗ ਇਤਿਆਦ ਤੀਰਥਾਂ ਦੇ ਇਸ਼ਨਾਨ ਤੁਹਾਡੇ ਸਾਹਮਣੇ ਤੁੱਛ ਹੋ ਜਾਣਗੇ ਜਦੋਂ ਤੁਸੀਂ ਇੱਥੇ ਆ ਕੇ ਗੁਰੂ ਦੇ
ਤੇ ਗੁਰੂ ਦੇ ਪਿਆਰਿਆਂ ਦੀ ਚਰਨ ਧੂੜ ਮਸਤਕ ਨੂੰ ਲਾਉਂਦਿਆਂ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤੀ ਵਿੱਚ ਵਸਾ ਕੇ ਪੜ੍ਹਦਿਆਂ ਸੁਣਦਿਆਂ ਗਾਉਂਦਿਆਂ ਵਿਚਾਰਦਿਆਂ ਕਮਾਓਗੇ। ਮਹਾਰਾਜ ਕਹਿੰਦੇ ਮੇਰਾ ਅਨੁਭਵ ਹੈ, ਮੈਂ ਇਸੇ ਕਰਕੇ ਤੁਹਾਨੂੰ ਕਹਿਣਾ ਸ਼ਬਦ ਨੂੰ ਆਪਣਾ ਆਸਰਾ ਬਣਾਓ, ਸ਼ਬਦ ਦੀ ਟੇਕ ਰੱਖੋ। ਉਦਾਂ ਜਿਵੇਂ ਕਿਸੇ ਇਮਾਰਤ ਦੇ ਥੱਲੇ ਇਹ ਥੰਮਲੇ ਬਣੇ ਆ ਨਾ, ਪਿੱਲਰ ਜਿਹਨੂੰ ਅਸੀਂ ਕਹਿੰਦੇ ਆ, ਇਹਨਾਂ ਪਿੱਲਰਾਂ ਦੇ ਸਿਰ ਤੇ, ਇਹਨਾਂ ਥੰਮਾਂ ਦੇ ਸਿਰ ਤੇ ਇਹ ਇਮਾਰਤ ਖੜੀ ਹੈ। ਇਦਾਂ ਗੁਰੂ ਦੇ ਸ਼ਬਦ ਨੂੰ ਜਦੋਂ ਆਸਰਾ ਜ਼ਿੰਦਗੀ ਦਾ ਬਣਾਓਗੇ, ਤੁਹਾਡੀ ਜ਼ਿੰਦਗੀ ਰੂਪੀ ਇਮਾਰਤ ਕਦੀ ਗਿਰੇਗੀ ਨਹੀਂ, ਕਦੀ ਟੁੱਟੇਗੀ ਨਹੀਂ। ਇਹਦੇ ਵਿੱਚ ਆਨੰਦਮਈ ਨਤੀਜੇ। ਮਹਾਰਾਜ ਕਹਿੰਦੇ ਜੋ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਇਦਾਂ ਅਸੀਂ ਗੁਰੂ ਦੇ ਸ਼ਬਦ ਦੇ ਓਟ ਆਸਰੇ ਵਿੱਚ ਜੀਏ ਤਾਂ ਫਿਰ ਮਹਾਰਾਜ ਕਹਿੰਦੇ ਆਨੰਦ ਦੇ ਨਤੀਜੇ ਜੀਵਨ ਵਿੱਚ ਨਿਕਲਣਗੇ। ਇਹੋ ਹੀ ਮੰਗ ਅਸੀਂ ਗੁਰੂ ਕੋਲ ਲੈ ਕੇ ਆਉਂਦੇ ਹਾਂ। ਪਾਤਸ਼ਾਹ ਸਾਨੂੰ ਆਨੰਦਮਈ ਜੀਵਨ ਜਿਉਣ ਦਾ ਭੇਦ ਸਮਝਾ ਦਿਓ। ਕੱਲਾ ਸਮਝਾਓ ਹੀ ਨਾ, ਇਹ ਭੇਦ ਅਸੀਂ ਕਮਾਉਣ ਵਾਲੇ ਪਾਸੇ ਤੁਰ ਸਕੀਏ। ਦਾਤਾ ਜੀ ਰਹਿਮਤ ਕਰਨ। ਅੱਜ ਦੇ ਇਸ ਮੁਬਾਰਕ ਦਿਨ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਲੋਕ ਪਰਲੋਕ ਦਾ ਸੁਖ ਦਾਤਾ ਜਾਣ ਕੇ ਉਹਨਾਂ ਦਾ ਪੁਰਬ ਮਨਾ ਰਹੇ ਹਾਂ, ਤਾਂ ਉਹਨਾਂ ਦੇ ਸ਼ਬਦ ਦਾ ਓਟ ਆਸਰਾ ਲੈ ਕੇ ਅਸੀਂ ਆਪਣਾ, ਆਪਣੇ ਪਰਿਵਾਰਾਂ ਦਾ ਤੇ ਸਰਬੱਤ ਦਾ ਭਲਾ ਕਰਨ ਦੇ ਯੋਗ ਹੋ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਮਾਣ ਪਿਆਰ ਲਈ। ਦਾਤਾਰ ਪਾਤਸ਼ਾਹ ਸਾਰਿਆਂ ਨੂੰ ਗੁਰ ਸ਼ਬਦ ਦਾ ਪਿਆਰ ਤੇ ਫਿਰ ਇਸ ਪਿਆਰ ਦਾ ਸਦਕਾ ਸਾਰਿਆਂ ਦੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਵਾਲਾ ਆਨੰਦਮਈ ਬਖਸ਼ਿਸ਼ ਭਰਿਆ ਜੀਵਨ ਆਵੇ। ਤੇ ਤੁਹਾਡੀਆਂ ਅਸੀਸਾਂ ਨਾਲ ਮੈਨੂੰ ਵੀ ਵਿਦਾ ਕਰੋ ਤਾਂ ਕਿ ਮੈਨੂੰ ਵੀ ਤੁਹਾਡੀ ਤੇ ਗੁਰਸ਼ਬਦ ਦੀ ਸੰਗਤ ਨਾਲ ਆਪਣੇ ਸਵਾਸ ਸਫਲੇ ਕਰਨੇ ਆ ਜਾਣ। ਇੰਨੇ ਸ਼ਬਦ ਪ੍ਰਵਾਨ ਕਰਨੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।